ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰਾਂਗਾ। ਸੀਐਮ ਸਨ ਜਦੋਂ ਪੰਜਾਬ ਦੇ ਆਪਣੀ ਲਾਸਟ ਪਾਰੀ ਦੇ ਵਿੱਚ ਤੁਸੀਂ ਡਿਪਟੀ ਪ੍ਰਿੰਸੀਪਲ ਸੈਕਟਰੀ ਰਹੇ ਉਹਨਾਂ ਦੇ, ਕੈਪਟਨ ਸਾਹਿਬ ਵੀ ਰਿਸ਼ਵਤ ਲੈਂਦੇ ਸੀ। ਇਹਦਾ ਵੀ ਸੱਚਾਈ ਨਾਲ ਜਵਾਬ ਦਈਏ ਸੱਚ। ਅੱਜ ਦੀ ਤਰੀਕ 'ਚ ਕਿਹੜਾ ਨਹੀਂ ਲੈਂਦਾ? ਕੈਪਟਨ ਸਾਹਿਬ ਵੀ ਕੋਈ ਦੁੱਧ ਦੇ ਧੋਤੇ ਹੋ ਨਹੀਂ ਸੀ। ਕੈਪਟਨ ਸਾਹਿਬ ਦਾ ਸਰਕਾਰੀ ਫੰਡਾਂ ਨਾਲ ਆਪਣੀ ਐਂਟਰਟੇਨਮੈਂਟ ਵੀ ਕਰਦੇ ਸੀ ਤੇ ਪਾਰਟੀਆਂ ਵੀ ਕਰਦੇ ਸੀ। ਕੈਪਟਨ ਸਾਹਿਬ ਜਿਹੜੇ ਕਿ ਅੱਤਵਾਦ ਤੇ ਜਾਂ ਰਾਸ਼ਟਰੀ ਸੁਰੱਖਿਆ ਤੇ ਆਪਣੇ ਆਪ ਨੂੰ ਪ੍ਰੋਜੈਕਟ ਕਰਦੇ ਆ ਕਿ ਮੈਂ ਬਹੁਤ ਵੱਡੀ ਅਥਾਰਟੀ ਹਾਂ। ਕੈਪਟਨ ਸਾਹਿਬ ਉਸ ਫੰਡ ਦੇ ਵਿੱਚੋਂ ਪੋਲੀਟੀਕਲ ਖਰਚੇ ਵੀ ਕਰਦੇ ਸੀ। ਕੈਪਟਨ ਸਾਹਿਬ ਉਸ ਫੰਡ ਦੇ ਵਿੱਚੋਂ ਐਂਟਰਟੇਨਮੈਂਟ ਤੇ ਖਰਚੇ ਵੀ ਕਰਦੇ ਸੀ। ਕੈਪਟਨ ਸਾਹਿਬ ਉਸ ਫੰਡ ਦੇ ਵਿੱਚੋਂ ਆਪਣੇ ਜਾਤੀ ਖਰਚੇ ਵੀ ਕਰਦੇ ਸੀ। ਕਿ ਕੈਪਟਨ ਸਾਹਿਬ ਦਾ ਕੋਈ ਕੇਸ ਲੜ ਰਿਹਾ, ਉਸ ਵਕੀਲ ਨੂੰ ਵੀ ਫੀਸ ਦੇ ਦਿੱਤੀ ਉਹਦੇ ਵਿੱਚੋਂ। ਕੈਪਟਨ ਸਾਹਿਬ ਦੇ ਘਰ 'ਚ ਕੋਈ ਰਿਪੇਅਰ ਹੋਣੀ ਸੀ, ਉਹ ਵੀ ਉਹਦੇ ਵਿੱਚੋਂ ਦੇ ਦਿੱਤੇ ਪੈਸੇ। ਕੈਪਟਨ ਸਾਹਿਬ ਕਿਹੜਾ ਬਾਕੀਆਂ ਨਾਲੋਂ ਅਲੱਗ ਸੀਗੇ? ਬਾਕੀ ਵੀ ਕਰਦੇ ਸੀ, ਕੈਪਟਨ ਸਾਹਿਬ ਵੀ ਕਰੀ ਗਏ। ਤੁਹਾਨੂੰ ਹਾਸੇ ਦੀ ਗੱਲ ਦੱਸ ਦਿੰਦਾ, ਸੀਐਮ ਦਫ਼ਤਰ ਦੇ ਵਿੱਚ ਜਿਹੜਾ ਸਟਾਫ ਆ ਉਹਦੇ ਲਈ ਦੁਪਹਿਰ ਦੀ ਰੋਟੀ ਵੀ ਪੰਜਾਬ ਭਵਨ ਤੋਂ ਆਉਂਦੀ ਹੈ। ਮੈਂ 5 ਸਾਲ ਸੀਐਮ ਆਫਿਸ ਦੇ ਵਿੱਚ ਨੌਕਰੀ ਕੀਤੀ ਆ। ਮੇਰਾ ਜਾਤੀ ਤਜਰਬਾ ਹੈ, ਜਾਤੀ ਐਕਸਪੀਰੀਅੰਸ ਆ। ਉੱਥੇ ਜਿੰਨੇ ਵੀ ਬੰਦੇ ਪਹੁੰਚਦੇ ਆ ਉਹਦੇ ਵਿੱਚੋਂ 10% ਬੰਦੇ ਜੈਨੂਅਨ ਹੁੰਦੇ ਆ ਜਿਨ੍ਹਾਂ ਨੂੰ ਕੋਈ ਤਕਲੀਫ। 80% ਤਾਂ ਉੱਥੇ 90% ਬੰਦੇ ਨਜਾਇਜ਼ ਕੰਮ ਹੀ ਕਰਵਾਉਣ ਜਾਂਦੇ ਆ ਔਰ ਉਹਨਾਂ ਦੇ ਹੋ ਵੀ ਜਾਂਦੇ ਆ। ਜਿਹੜਾ ਉਹ 10% ਜਿਹੜਾ ਬੰਦਾ ਜਾਂਦਾ ਉਹਦਾ ਕੰਮ ਮੈਨੂੰ ਨਹੀਂ ਲੱਗਦਾ ਕਿ ਕਿਸੇ ਦਾ ਹੁੰਦਾ। ਕੈਮਰੇ ਦੇ ਪਿੱਛੇ ਆਫ ਦਾ ਰਿਕਾਰਡ ਗੱਲਾਂ ਹੁੰਦੀਆਂ ਨੇ, ਕਹਿੰਦੇ ਐਸਐਚਓ ਨੇ ਡੀਐਸਪੀ ਨੂੰ ਹਿੱਸਾ ਦੇਣਾ ਹੁੰਦਾ ਹੈ, ਡੀਐਸਪੀ ਨੇ ਕਹਾ ਐਸਪੀ ਨੂੰ ਹਿੱਸਾ ਦੇਣਾ ਹੁੰਦਾ ਹੈ, ਐਸਪੀ ਨੇ ਐਸਐਸਪੀ ਨੂੰ ਦੇਣਾ ਹੁੰਦਾ ਹੈ, ਐਸਐਸਪੀ ਨੇ ਕਹਾ ਜਿਹੜਾ ਜੇਲ੍ਹ ਮੰਤਰੀ ਹੈ ਜਾਂ ਮੁੱਖ ਮੰਤਰੀ ਉਹਨੂੰ ਹਿੱਸਾ ਦੇਣਾ ਹੁੰਦਾ ਹੈ। ਦੇਖੋ, ਕਰਪਸ਼ਨ ਦੋ ਤਰ੍ਹਾਂ ਦੀ ਹੈ। ਜਿਹੜਾ ਖੁਦ ਕਮਾਈ ਕਰਕੇ ਅੱਗੇ ਦਿੰਦਾ ਸੀ ਉਹਦੀ ਸਰਵਾਈਵਲ ਆ, ਉਹੀ ਬੰਦਾ ਟਿਕ ਸਕਦਾ। ਜਿਹੜਾ ਇਮਾਨਦਾਰ ਆ ਉਹਨੂੰ ਨਾ ਕੋਈ ਮੰਤਰੀ ਪਸੰਦ ਕਰਦਾ, ਨਾ ਪੋਲੀਟੀਕਲ ਬੰਦੇ ਕੋਈ ਪਸੰਦ ਕਰਦੇ। ਮਤਲਬ ਕਿ ਸਿੱਧੇ ਤੌਰ ਤੇ ਕਿਹਾ ਜਾ ਸਕਦਾ ਕਿ ਨੌਕਰੀ ਪੇਸ਼ੇ 'ਚ ਅਜੇ ਵੀ ਕਿਤੇ ਨਾ ਕਿਤੇ ਧਰਮ ਅਤੇ ਜਾਤੀ ਹੈ ਜਿਹੜੀ ਕਿਤੇ ਨਾ ਕਿਤੇ ਭਾਰੂ ਹੈ। ਅਜੇ ਵੀ ਕਿਹਾ ਜਾ ਸਕਦਾ ਸਿੱਧੇ ਤੌਰ ਤੇ ਕਿਤੇ ਨਾ ਕਿਤੇ। ਕਿਉਂ? ਇਹੀ ਮੁੱਖ ਕਾਰਨ ਹੈ। ਉਹ ਜੋ ਵੀ ਹੋਇਆ ਬਹੁਤ ਮੰਦਭਾਗੀ ਹਾਲਾਤ ਆ। ਜਿੱਦਾਂ ਦੀਆਂ ਵੀ ਰਿਪੋਰਟਾਂ ਆ ਉਸ ਹਿਸਾਬ ਨਾਲ ਅਰੋੜਾ ਸਾਹਿਬ ਨੂੰ ਇਹ ਨੈਤਿਕ ਤੌਰ ਤੇ ਉਸ ਦੀ ਮਾਫੀ ਮੰਗਣੀ ਚਾਹੀਦੀ ਸੀ। ਸਵਾਗਤ ਹੈ ਹੁਸ਼ਿਆਰਪੁਰ ਨਿਊਜ਼ ਦੇਖ ਰਹੇ तमाम ਦਰਸ਼ਕਾਂ ਦਾ। ਮੈਂ ਹਾਂ ਚੇਤਨ ਕਸ਼ਪ। ਸੋ ਦੋਸਤੋ, ਭ੍ਰਿਸ਼ਟਾਚਾਰ ਅਤੇ ਰਿਸ਼ਵਤਖੋਰੀ ਦੋ ਅਜਿਹੇ ਸ਼ਬਦ ਨੇ ਜੋ ਸਾਡੇ ਦੇਸ਼ ਅਤੇ ਸਮਾਜ ਨੂੰ ਘੁਣ ਵਾਂਗ ਖਾ ਰਹੇ ਨੇ। ਆਏ ਦਿਨ ਕਿਤੇ ਨਾ ਕਿਤੇ ਰੋਜ਼ਾਨਾ ਅਜਿਹੇ ਮਾਮਲੇ ਵੇਖਣ ਨੂੰ ਸਾਹਮਣੇ ਵੀ ਆਉਂਦੇ ਰਹਿੰਦੇ ਨੇ। ਇਸ ਵਕਤ ਸਾਡੇ ਨਾਲ ਗੱਲਬਾਤ ਕਰਨ ਲਈ ਮੌਜੂਦ ਨੇ ਪੀਸੀਐਸ ਰਿਟਾਇਰਡ ਅਧਿਕਾਰੀ ਰਾਕੇਸ਼ ਅਹੀਰ ਜੀ। ਸਰ, ਸਵਾਗਤ ਹੈ ਸਭ ਤੋਂ ਪਹਿਲਾਂ ਤਾਂ ਹੁਸ਼ਿਆਰਪੁਰ ਚੈਨਲ ਤੇ ਬਹੁਤ ਧੰਨਵਾਦ ਜੀ ਚੇਤਨ ਜੀ। ਸਰ, ਤੁਸੀਂ 20 ਸਾਲ ਪੀਸੀਐਸ ਅਧਿਕਾਰੀ ਵਜੋਂ ਨੌਕਰੀ ਕੀਤੀ ਹੈ। ਇਸ ਤੋਂ ਇਲਾਵਾ ਤੁਸੀਂ ਚੀਫ ਮਿਨਿਸਟਰ ਪੰਜਾਬ ਦੇ ਡਿਪਟੀ ਪ੍ਰਿੰਸੀਪਲ ਸੈਕਟਰੀ ਦੇ ਅਹੁਦੇ ਤੇ ਵੀ ਤੈਨਾਤ ਰਹਿ ਚੁੱਕੇ ਹੋ। ਕੀ ਕਾਰਨ ਰਿਹਾ ਕਿ ਤੁਸੀਂ ਨੌਕਰੀ ਪੂਰੀ ਹੋਣ ਤੋਂ ਪਹਿਲਾਂ ਹੀ ਜਿਹੜਾ ਰਿਟਾਇਰਮੈਂਟ ਲੈ ਲਈ ਨੌਕਰੀ ਤੋਂ? ਦੇਖੋ, ਐਡਾ ਵੱਡਾ ਜਿਹੜਾ ਐਕਸ਼ਨ ਲਿਆ ਜਾਂਦਾ, ਐਡਾ ਵੱਡਾ ਕੰਮ ਕੋਈ ਇੱਕ ਕਾਰਨ ਕਰਕੇ ਨਹੀਂ ਕੀਤਾ ਜਾਂਦਾ। ਇਹਦੇ ਵਿੱਚ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਸਭ ਤੋਂ ਪਹਿਲਾਂ ਤਾਂ ਇਹ ਸੀ ਕਿ ਮੈਂ ਨੌਕਰੀ ਦੇ ਦੌਰਾਨ ਇਹ ਮਹਿਸੂਸ ਕੀਤਾ ਕਿ ਸਾਡਾ ਸਿਸਟਮ ਇੰਨਾ ਕੁ ਖਰਾਬ ਹੋ ਚੁੱਕਾ, ਇਸ ਨੂੰ ਅੰਦਰੋਂ ਰਹਿ ਕੇ ਠੀਕ ਨਹੀਂ ਕੀਤਾ ਜਾ ਸਕਦਾ। ਇਸ ਨੂੰ ਤੁਸੀਂ ਬਾਹਰ ਜਾ ਕੇ ਫੇਰ ਹੀ ਠੀਕ ਕਰ ਸਕਦੇ ਹੋ। ਔਰ ਮੇਰੀ ਕੋਈ ਇੰਨੀ ਮੇਰੀ ਕੋਈ ਇੰਨੀ ਜ਼ਰੂਰਤ ਨਹੀਂ ਸੀ ਕਿ ਮੇਰੀ ਰੋਜੀ ਰੋਟੀ ਵੀ ਨੌਕਰੀ ਤੇ ਚੱਲਣੀ ਸੀ। ਇਸ ਕਰਕੇ ਮੈਂ ਮਹਿਸੂਸ ਕੀਤਾ ਕਿ ਅੱਜ ਦੇ ਹਾਲਾਤ ਜਿਹੜੇ ਆ ਉਹ ਇੱਕ ਇਮਾਨਦਾਰ ਆਦਮੀ ਲਈ ਨੌਕਰੀ ਕਰਨ ਵਾਲੇ ਨਹੀਂ ਹੈ। ਇਸ ਕਰਕੇ ਕਾਰਨ ਸਰ ਕੀ ਕਾਰਨ ਸਮਝਿਆ ਜਾ ਸਕਦਾ ਕਿ ਜੋ ਸਿਸਟਮ ਖਰਾਬ ਹੋ ਚੁੱਕਾ ਹੈ ਇੰਨਾ ਜ਼ਿਆਦਾ, ਜਾਂ ਰਿਸ਼ਵਤਖੋਰੀ ਵੱਧ ਫੁੱਲ ਰਹੀ ਹੈ, ਭ੍ਰਿਸ਼ਟਾਚਾਰ ਵੱਧ ਫੁੱਲ ਰਿਹਾ ਹੈ? ਕੀ ਕਾਰਨ ਹੈ ਇਹਨਾਂ ਦੇ ਇੰਨਾ ਵਧਣ ਦਾ? ਕੌਣ ਪ੍ਰੈਸ਼ਰਾਈਜ਼ ਕਰਦਾ ਅਧਿਕਾਰੀਆਂ ਨੂੰ? ਜਿਹੜਾ
ਸਾਡਾ ਸਿਸਟਮ ਸੀ ਉਹ ਡਿਜ਼ਾਈਨ ਤਾਂ ਇਹ ਕੀਤਾ ਗਿਆ ਸੀ ਕਿ ਜਿਹੜੀ ਪੋਲੀਟੀਕਲ ਪਾਵਰ ਹੋਊਗੀ, ਜਿਹੜੀ ਪੋਲੀਟੀਕਲ ਪਾਵਰ ਸੀ ਉਹ ਟੈਂਪਰੇਰੀ ਹੋਊਗੀ ਔਰ ਬਿਊਰੋਕ੍ਰੇਸੀ ਪਰਮਾਨੈਂਟ ਰਹੂਗੀ। ਉਹਦੇ ਨਾਲ ਬਿਊਰੋਕ੍ਰੇਸੀ ਦੀ ਇੰਡੀਪੈਂਡੈਂਸ ਰਹੂਗੀ। ਪਰ ਹੋ ਗਿਆ ਇਹ ਕਿ ਬਿਊਰੋਕਰੇਟ ਤਾਂ ਇੰਨਾ ਕਮਜ਼ੋਰ ਹੋ ਗਿਆ ਆਪਣੀਆਂ ਬਦਲੀਆਂ ਖਾਤਰ ਜਾਂ ਆਪਣੀਆਂ ਸਜ਼ਾਵਾਂ ਖਾਤਰ ਕਿ ਉਹਨੇ ਪੋਲੀਟੀਕਲ ਬੰਦਿਆਂ ਦੇ ਸਾਹਮਣੇ ਗੋਡੇ ਟੇਕ ਦਿੱਤੇ ਔਰ ਅੱਖਾਂ ਮੀਟ ਕੇ ਕੰਮ ਕਰਨਾ ਸ਼ੁਰੂ ਕਰਤਾ। ਇਸ ਕਰਕੇ ਉਹ ਇਹਦੇ ਨਾਲ ਕਈ ਕੁਰੀਤੀਆਂ ਆ ਗਈਆਂ ਸਿਸਟਮ 'ਚ ਇਮਾਨਦਾਰ ਇਨਸਾਨ ਨਾਲ ਸਿਸਟਮ 'ਚ ਜਾਤੀ ਦੇ ਤੌਰ ਤੇ ਅਫਸਰਾਂ ਨਾਲ ਡਿਸਕ੍ਰਿਮੀਨੇਸ਼ਨ ਹੋਣੀ ਸ਼ੁਰੂ ਹੋ ਗਈ, ਪੱਖਪਾਤ ਹੋਣਾ ਸ਼ੁਰੂ ਹੋ ਗਿਆ। ਪਲੱਸ ਜਿਹੜਾ ਖੁਦ ਕਮਾਈ ਕਰਕੇ ਅੱਗੇ ਦਿੰਦਾ ਸੀ ਉਹਦੀ ਸਰਵਾਈਵਲ ਆ, ਉਹੀ ਬੰਦਾ ਟਿਕ ਸਕਦਾ। ਜਿਹੜਾ ਇਮਾਨਦਾਰ ਆ ਉਹਨੂੰ ਨਾ ਕੋਈ ਮੰਤਰੀ ਪਸੰਦ ਕਰਦਾ, ਨਾ ਪੋਲੀਟੀਕਲ ਬੰਦੇ ਕੋਈ ਪਸੰਦ ਕਰਦੇ। ਮਤਲਬ ਕਿ ਸਿੱਧੇ ਤੌਰ ਤੇ ਕਿਹਾ ਜਾ ਸਕਦਾ ਕਿ ਨੌਕਰੀ ਪੇਸ਼ੇ 'ਚ ਅਜੇ ਵੀ ਕਿਤੇ ਨਾ ਕਿਤੇ ਧਰਮ ਅਤੇ ਜਾਤੀ ਹੈ ਜਿਹੜੀ ਕਿਤੇ ਨਾ ਕਿਤੇ ਭਾਰੂ ਹੈ, ਹਲੇ ਵੀ ਕਿਹਾ ਜਾ ਸਕਦਾ ਸਿੱਧੇ ਤੌਰ ਤੇ ਕਿਤੇ ਨਾ ਕਿਤੇ। ਕਿਉਂ? ਇਹੀ ਮੁੱਖ ਕਾਰਨ ਹਨ। ਮੁੱਖ ਕਾਰਨ ਹੀ ਇਹੀ ਹੈ ਜੀ। ਮੁੱਖ ਕਾਰਨ ਹੀ ਨੌਕਰੀ 'ਚ ਕਿਸੇ ਵੀ ਬੰਦੇ ਦੀ ਬਿਹਤਰੀ ਜਾਂ ਮਾੜੇ ਹਾਲਾਤ ਦੇ ਮੁੱਖ ਕਾਰਨ ਜਾਤੀ ਔਰ ਰਿਸ਼ਵਤਖੋਰੀ ਹੈ। ਪਰ ਸਰ 21ਵੀਂ ਸਦੀ ਦਾ ਦੌਰ ਚੱਲ ਰਿਹਾ ਹੈ, ਗੱਲਾਂ ਆਪਾਂ ਕਰਦੇ ਹਾਂ ਜਾਂ ਸਾਡੇ ਜਿਹੜੇ ਰਾਜਨੀਤਿਕ ਆਗੂ ਆ, ਕਿਤੇ ਨਾ ਕਿਤੇ ਪਹਿਲੀ ਗੱਲ ਇਹ ਹੈ ਰਾਜਨੀਤਿਕ ਆਗੂਆਂ ਤੇ ਆਵਾਂਗਾ ਕਿ ਪ੍ਰੈਸ਼ਰਾਈਜ਼ ਸਰ ਕੌਣ ਕਰਦਾ? ਸਵਾਲ ਮੇਰਾ ਇਹ ਵੀ ਸੀਗਾ ਕਿ ਰਿਸ਼ਵਤ ਲੈਣ ਲਈ ਜਾਂ ਭ੍ਰਿਸ਼ਟਾਚਾਰ ਨੂੰ ਜੋ ਵੱਧ ਫੁੱਲ ਰਿਹਾ ਇਹਨੂੰ ਬੜਾਵਾ ਦੇਣ ਲਈ ਕੌਣ ਪ੍ਰੈਸ਼ਰਾਈਜ਼ ਕਰਦਾ? ਦੇਖੋ, ਸ਼ੁਰੂ ਤਾਂ ਉੱਪਰੋਂ ਹੁੰਦਾ। ਜਦੋਂ ਉੱਪਰਲਾ ਆਦਮੀ ਭ੍ਰਿਸ਼ਟਾਚਾਰ ਕਰਦਾ ਤਾਂ ਥੱਲੇ ਵਾਲਾ ਸੋਚਦਾ ਕਿ ਮੈਂ ਇਹਨੂੰ ਇਕੱਠੇ ਕਰਕੇ ਦੇ ਰਿਹਾ, ਥੋੜੇ ਜਿਹੇ ਮੈਂ ਵੀ ਰੱਖ ਲੈਂਦਾ ਜੀ। ਜੇ ਉੱਪਰਲਾ ਆਦਮੀ ਸਾਫ਼ ਸੁਥਰਾ ਹੋਵੇ ਤਾਂ ਥੱਲੇ ਵਾਲੇ ਦਾ ਹੌਸਲਾ ਹੀ ਨਹੀਂ ਪੈ ਸਕਦਾ। ਪੁਰਾਣੀਆਂ ਕਹਾਵਤਾਂ ਆ ਕਿ SHO ਜਾਂ SSP ਜਾਂ CM ਦੀ ਮਰਜ਼ੀ ਤੋਂ ਬਗੈਰ ਰਾਜ ਦੇ ਵਿੱਚ ਜਾਂ ਜ਼ਿਲ੍ਹੇ ਦੇ ਵਿੱਚ ਜਾਂ ਥਾਣੇ ਦੇ ਵਿੱਚ ਪੱਤਾ ਨਹੀਂ ਹਿੱਲ ਸਕਦਾ। ਮੈਂ ਇਹੀ ਗੱਲ ਤੇ ਆ ਰਿਹਾ ਸੀਗਾ ਕਿ SHO ਨੂੰ ਜ਼ਿਆਦਾਤਰ ਟਾਰਗੇਟ ਕੀਤਾ ਜਾਂਦਾ ਹੈ ਕਿ ਥਾਣਿਆਂ ਦੇ ਵਿੱਚ ਰਿਸ਼ਵਤਖੋਰੀ ਚੱਲਦੀ ਹੈ। ਉਹ ਕੈਮਰੇ ਦੇ ਸਾਹਮਣੇ ਤਾਂ ਚਲੋ ਕੋਈ ਨਹੀਂ ਬੋਲਦਾ ਜਾਂ ਕੋਈ ਨਹੀਂ ਮੰਨਦਾ, ਲੇਕਿਨ ਜਿਹੜੀਆਂ ਕੈਮਰੇ ਦੇ ਪਿੱਛੇ ਆਫ ਦਾ ਰਿਕਾਰਡ ਗੱਲਾਂ ਹੁੰਦੀਆਂ ਨੇ, ਕਹਿੰਦੇ SHO ਨੇ DSP ਨੂੰ ਹਿੱਸਾ ਦੇਣਾ ਹੁੰਦਾ ਹੈ, DSP ਨੇ ਗਾਂ SP ਨੂੰ ਹਿੱਸਾ ਦੇਣਾ ਹੁੰਦਾ ਹੈ, SP ਨੇ SSP ਨੂੰ ਦੇਣਾ ਹੁੰਦਾ ਹੈ, ਜਾਂ SSP ਨੇ ਗਾਂ ਜਿਹੜਾ ਜੇਲ੍ਹ ਮੰਤਰੀ ਹੈ ਜਾਂ ਮੁੱਖ ਮੰਤਰੀ ਉਹਨੂੰ ਹਿੱਸਾ ਦੇਣਾ ਹੁੰਦਾ ਹੈ। ਦੇਖੋ, ਕਰਪਸ਼ਨ ਦੋ ਤਰ੍ਹਾਂ ਦੀ ਹੈ। ਕਈ ਜਗ੍ਹਾ ਤੇ ਤਾਂ ਕਰਪਸ਼ਨ ਪੂਰੀ ਇੰਸਟੀਟਿਊਸ਼ਨਲਾਈਜ਼ ਹੋ ਗਈ ਹੈ, ਜਿਹਨੂੰ ਕਿਹਾ ਜਾ ਸਕਦਾ ਕਿ ਕਰਪਸ਼ਨ ਜਿਹੜੀ ਆ ਜਾਂ ਭ੍ਰਿਸ਼ਟਾਚਾਰ ਆ ਉਹਦੇ ਮਾਪਦੰਡ ਪੂਰੇ ਨਿਰਧਾਰਿਤ ਹੋ ਚੁੱਕੇ ਆ। ਉਹ ਹੈਗੇ ਆ ਇੰਜੀਨੀਅਰਿੰਗ ਡਿਪਾਰਟਮੈਂਟ, ਜਿੱਥੇ ਕੋਈ ਉਸਾਰੀਆਂ ਦੇ ਕੰਮ ਹੁੰਦੇ ਆ। ਉੱਥੇ ਤਾਂ ਹਰ ਇੱਕ ਬੰਦੇ ਦਾ ਹਿੱਸਾ ਪਹਿਲਾਂ ਹੀ ਫੈਸਲਾ ਹੋ ਚੁੱਕਾ ਕਿ JE ਨੇ ਕਿੰਨੇ ਪ੍ਰਤੀਸ਼ਤ ਹਿੱਸਾ ਰੱਖਣਾ, ਐਕਸੀਅਨ ਨੇ ਕਿੰਨਾ ਰੱਖਣਾ, ਐਕਸੀਅਨ ਨੇ ਕਿੰਨਾ ਰੱਖਣਾ। ਬਾਕੀ ਦੇ ਜਿਹੜੇ ਮਹਿਕਮੇ ਆ ਉੱਥੇ ਖੁੱਲੀ ਛੁੱਟ ਆ, ਜਿੰਨੀ ਮਰਜ਼ੀ ਮੰਗ ਲੈਂਦੇ ਆ ਤਾਂ ਜਿੰਨੀ ਮਰਜ਼ੀ ਮਿਲ ਜਾਂਦੀ ਹੈ। ਅਫਸਰ ਦੇ ਮੂਡ ਤੇ ਡਿਪੈਂਡ ਹੈ। ਉਹ ਅਫਸਰ ਦੇ ਮੂਡ ਤੇ ਡਿਪੈਂਡ ਆ। ਮੈਨੂੰ ਤਾਂ ਇੱਕ ਅਜਿਹੇ ਕਿਸੇ ਦਾ ਵੀ ਪਤਾ ਕਿ ਤਹਿਸੀਲਦਾਰ ਸਾਹਿਬ ਸਵੇਰ ਨੂੰ ਆ ਕੇ ਰੇਟ ਕੱਢਦੇ ਸੀ ਵੀ ਅੱਜ ਦੀ ਮੇਰੀ ਜ਼ਰੂਰਤ ਆ। ਮੈਂ ਉਸ ਤਹਿਸੀਲਦਾਰ ਦੀ ਇਨਕੁਆਇਰੀ ਵੀ ਕੀਤੀ ਸੀ, ਤਾਂ ਉਸ ਤਹਿਸੀਲਦਾਰ ਨੇ ਸਵੇਰ ਨੂੰ ਆ ਕੇ ਰੇਟ ਕੱਢਣਾ ਕਿ ਅੱਜ ਮੈਂ ਇੰਨੇ ਲੈ ਕੇ ਜਾਣੇ ਆ। ਤਾਂ ਜੇ ਇੱਕ ਰਜਿਸਟਰੀ ਹੁੰਦੀ ਸੀ ਤਾਂ ਉਹਦੇ ਕੋਲੋਂ ਸਾਰੇ ਲੈ ਲਏ ਜਾਂਦੇ ਸੀ, ਤਾਂ ਜੇ 10 ਰਜਿਸਟਰੀਆਂ ਹੁੰਦੀਆਂ ਸੀ ਤਾਂ ਉਹਨਾਂ ਕੋਲੋਂ 10 ਤੇ ਤਕਸੀਮ ਕਰਕੇ ਲੈ ਲਏ ਜਾਂਦੇ। ਨਕੇਲ ਕੱਸੀ ਆ, ਤੁਸੀਂ ਵੀ ਇੱਕ ਅਧਿਕਾਰੀ ਰਹੇ ਹੋ, ਇਮਾਨਦਾਰ ਅਧਿਕਾਰੀ ਵਜੋਂ ਤੁਹਾਡੀ ਜਿਹੜੀ ਛਵੀ ਹੈ ਹਮੇਸ਼ਾ ਹੀ ਸਾਫ਼ ਸੁਥਰੀ ਰਹੀ ਹੈ। ਤੁਸੀਂ ਕਿੰਨੇ ਕੁ ਅਧਿਕਾਰੀਆਂ ਤੋਂ ਨਕੇਲ ਕੱਸੀ ਸੀ ਆਪਣੇ ਸਮੇਂ ਦੌਰਾਨ? ਨਹੀਂ, ਮੈਂ ਉਪਰਾਲਾ ਕਰਦਾ ਰਿਹਾ। ਉਹ ਮੇਰੇ ਸਮੇਂ ਦੌਰਾਨ ਨਕੇਲ ਕੱਸੀ ਗਈ ਹੋਊ, ਪਰ ਮੇਰੇ ਤੋਂ ਪਹਿਲਾਂ ਜਾਂ ਮੇਰੇ ਤੋਂ ਬਾਅਦ ਦੀ ਕੋਈ ਗਰੰਟੀ ਨਹੀਂ। ਸੋ ਇਨਸਾਨ ਦੀ ਇਹ ਫਿਤਰਤ ਬਣ ਚੁੱਕੀ ਆ ਕਿ ਉਹਨੇ ਜਦੋਂ ਮੌਕਾ ਲੱਗਾ ਉਹਨੇ ਕੁਛ ਨਾ ਕੁਛ ਕਰ ਲੈਣਾ। ਸੋ ਜੇ ਮੈਂ ਨਕੇਲ ਕੱਸੀ ਵੀ ਆ ਕਿਸੇ ਤੇ ਤਾਂ ਉਹ ਆਵਾ ਇੰਨਾ ਉਤ ਚੁੱਕਾ ਵੀ ਉਹ ਨਾ ਦੇ ਬਰਾਬਰ ਹੀ ਹੈ। ਸਿਸਟਮ ਦੇ ਵਿੱਚ ਨਾ ਦੇ ਬਰਾਬਰ ਬਦਲੀ ਹੋ ਜਾਣੀ ਜਾਂ ਘਰ ਤੋਂ ਦੂਰ ਕਿਤੇ 40-50 ਕਿਲੋਮੀਟਰ 100-200 ਕਿਲੋਮੀਟਰ ਦੂਰ ਜਾ ਕੇ ਬਦਲੀ ਕਰ ਦੇਣੀ। ਮੈਂ ਤੁਹਾਨੂੰ ਦੱਸਦਾ ਵੀ ਇੱਥੇ ਮੈਂ ਹੁਸ਼ਿਆਰਪੁਰ ਵੀ ADC ਲੱਗਾ ਰਿਹਾ ਜੀ। ਇੱਥੇ ਮੈਂ ਬੜੀ ਟਾਈਟ ਕਰਤੀ ਕਈ ਬੰਦਿਆਂ ਦੀ ਘੁੱਗੀ, ਤਾਂ 8 ਮਹੀਨਿਆਂ ਬਾਅਦ ਮੇਰੀ ਬਦਲੀ AMD PRTC ਦੇ ਤੌਰ ਤੇ ਕਰਤੀ ਗਈ। ਮੈਂ ਉੱਥੇ ਜਾ ਕੇ ਜੁਆਇਨ ਕਰ ਲਿਆ।
ਉੱਥੇ ਜਾ ਕੇ ਜੁਆਇਨ ਕੀਤਾ ਤਾਂ ਮੈਂ 13 ਕੰਡਕਟਰ ਡਿਸਮਿਸ ਕਰਤੇ ਜਿਨ੍ਹਾਂ ਨੇ ਕੋਈ ਨਾ ਕੋਈ ਆਪਣੇ ਕੰਮ ਗਲਤ ਕੀਤੇ ਸੀ, ਟਿਕਟਾਂ ਨਹੀਂ ਦਿੱਤੀਆਂ ਜਾਂ ਫਰਾਡ ਕੀਤੇ ਸੀ। ਸਥਾਨ ਬਦਲਿਆ, ਸੁਭਾਅ ਉਹੀ ਰਿਹਾ। ਸੁਭਾਅ ਉਹੀ ਰਿਹਾ। ਤਾਂ ਸਰਕਾਰ ਨੇ 4 ਮਹੀਨੇ ਬਾਅਦ ਮੇਰੀ ਉੱਥੋਂ ਵੀ ਬਦਲੀ ਕਰਤੀ। ਕੰਮ ਕਰਨਾ, ਸੈਲਰੀ ਤਾਂ ਉਨੀ ਮਿਲਣੀ ਹੈ ਜੀ। ਸੈਲਰੀ ਤਾਂ ਉਨੀ ਮਿਲਣੀ ਹੈ। ਸੋ ਉਹ ਮੈਂ ਤੁਹਾਨੂੰ ਕਹਿਣਾ ਚਾਹੁੰਦਾ ਵੀ ਮੈਂ ਚਾਹੇ ਉਪਰਾਲਾ ਕਰਦਾ ਰਿਹਾ, ਪਰ ਮੈਂ ਨਹੀਂ ਸਮਝਦਾ ਵੀ ਉਹਦਾ ਕੋਈ ਸਥਾਈ ਅਸਰ ਹੋਇਆ। ਕਿਸੇ ਨੇ ਕਰਪਸ਼ਨ ਨਹੀਂ ਛੱਡੀ ਹੋਊਗੀ ਉਹਨਾਂ ਗੱਲਾਂ ਕਰਕੇ। ਸਰ ਇੱਕ ਹੋਰ ਵੀ ਵੱਡਾ ਸਵਾਲ ਹੈ, ਜੇਕਰ ਆਪਾਂ ਕਰਪਸ਼ਨ ਦੀ ਗੱਲ ਕਰ ਰਹੇ ਹਾਂ, ਰਿਸ਼ਵਤਖੋਰੀ ਭ੍ਰਿਸ਼ਟਾਚਾਰ ਦੀ ਗੱਲ ਕਰ ਰਹੇ ਹਾਂ, ਕੋਈ ਚੁਣਿੰਦਾ ਮਹਿਕਮਿਆਂ ਦੇ ਵਿੱਚ ਜ਼ਿਆਦਾ ਹੈ ਕਿ ਸਾਰੇ ਮਹਿਕਮੇ A to Z ਜਿੰਨੇ ਵੀ ਮਹਿਕਮੇ ਸਾਰਿਆਂ ਦੀ ਸਥਿਤੀ ਇਹੀ ਹੈ ਜੀ, ਤਾਣਾ ਬਾਣਾ ਸਾਰੀ ਜਗ੍ਹਾ ਇੱਕੋ ਤਰ੍ਹਾਂ ਚੱਲ ਰਿਹਾ ਹੈ? ਹਾਲਾਤ ਇੰਨੇ ਖਰਾਬ ਹੋ ਚੁੱਕੇ ਆ ਹੁਣ ਤਾਂ GP ਫੰਡ ਦੇ ਪੈਸੇ ਕਢਾਉਣ ਲਈ ਵੀ ਤੁਹਾਨੂੰ ਪੈਸੇ ਦੇਣੇ ਪੈਂਦੇ ਮੁਲਾਜ਼ਮਾਂ ਨੂੰ ਜੀ। ਸੋ ਅਸੀਂ ਨਹੀਂ ਕਹਿ ਸਕਦੇ ਵੀ ਕਿਸੇ ਵੀ ਮਹਿਕਮੇ 'ਚ ਜ਼ਿਆਦਾ ਤੇ ਜਾਂ ਕਿਸੇ 'ਚ ਘੱਟ ਆ। ਇਹ ਤਾਂ ਉੱਥੇ ਦੇ ਕਰਮਚਾਰੀਆਂ ਤੇ ਨਿਰਭਰ ਕਰਦਾ ਵੀ ਉਹਨਾਂ ਨੇ ਕਿੰਨੇ ਲੈਣੇ ਆ, ਤਾਂ ਉਹਨਾਂ ਦਾ ਦਿਮਾਗ ਕਿੰਨਾ ਕੁ ਖਰਾਬ ਹੋ ਚੁੱਕਾ। ਅੱਜ ਦੇ ਦੌਰ ਦੇ ਵਿੱਚ ਕੋਈ ਨਹੀਂ ਸੰਭਵ, ਔਰ ਕਰਪਸ਼ਨ ਕਰਕੇ ਹੀ ਸਾਰਾ ਸਿਸਟਮ ਖਰਾਬ ਹੋ ਰਿਹਾ। ਕੋਈ ਵੀ ਅਫਸਰ ਹੈ ਜਦੋਂ ਆਪਣੀ ਉਹ ਪੋਸਟ ਸੰਭਾਲਦਾ ਹੈ, ਉਹਨੂੰ ਸ਼ਬਦ ਗ੍ਰਹਿਣ ਕਰਵਾਈ ਜਾਂਦੀ ਹੈ ਕਿ ਮੈਂ ਇਮਾਨਦਾਰੀ ਦੇ ਨਾਲ ਨੌਕਰੀ ਕਰਾਂਗਾ, ਸੌਹਾਂ ਖਵਾਈਆਂ ਜਾਂਦੀਆਂ ਨੇ, ਜਦੋਂ ਜੁਆਇਨਿੰਗ ਹੋ ਜਾਂਦੀ ਹੈ ਤਾਂ ਸੌਹਾਂ ਉਹ ਸਾਰੀਆਂ ਭੁੱਲ ਜਾਂਦੀਆਂ ਜੀ, ਉਹ ਸਾਰੀਆਂ ਭੁੱਲ ਜਾਂਦੀਆਂ। ਜੋ ਕਿ ਆਵਾਜ਼ ਚੁੱਕਦਾ ਤਾਂ ਬਦਲੀ ਕਰ ਦਿੱਤੀ ਜਾਂਦੀ ਹੈ, ਉਹ ਸਾਰੀ ਬਦਲੀ ਕਰ ਦਿੱਤੀ ਜਾਂਦੀ। ਮੈਂ ਤੁਹਾਨੂੰ ਇੱਥੇ ਇੱਕ ਗੱਲ ਐਡ ਕਰਨੀ ਚਾਹੂੰਗਾ। ਦੇਖੋ, ਕਰਪਸ਼ਨ ਇੱਕ ਮੇਜਰ ਮੁੱਦਾ ਆ। ਕਰਪਸ਼ਨ ਹੀ ਰੀਜ਼ਨ ਆ ਕਿ ਸਾਡਾ ਵਿਕਾਸ ਪ੍ਰੋਪਰ ਨਹੀਂ ਹੋ ਰਿਹਾ। ਕਿਉਂ? ਜਿਹੜੀ ਬਿਊਰੋਕ੍ਰੇਸੀ ਆ ਉਹਦਾ ਇੰਟਰਸਟ ਆ ਕਰਪਸ਼ਨ ਦੇ ਵਿੱਚ। ਮਾਸਟਰਾਂ ਦੀਆਂ ਤਨਖਾਹਾਂ ਚੋਂ ਕਿਸੇ ਨੂੰ ਹਿੱਸਾ ਨਹੀਂ ਮਿਲਣਾ, ਕਿਸੇ ਨੂੰ ਕੋਈ ਕਮਿਸ਼ਨ ਨਹੀਂ ਮਿਲਣੀ। ਹਸਪਤਾਲ 'ਚ ਮਰੀਜ਼ਾਂ ਦਾ ਇਲਾਜ ਹੋ ਜਾਵੇ, ਉਹ ਚੋਂ ਕਮਿਸ਼ਨ ਨਹੀਂ ਮਿਲਣੀ। ਸੋ ਇਸੇ ਕਰਕੇ ਸਾਡੇ ਮੁਲਕ ਦੇ ਵਿੱਚ ਸਿਹਤ ਔਰ ਸਿੱਖਿਆ ਦੇ ਖੇਤਰ ਦੇ ਵਿੱਚ ਕੋਈ ਜ਼ਿਆਦਾ ਕੰਮ ਨਹੀਂ ਕੀਤਾ ਜਾ ਰਿਹਾ। ਸਾਡੇ ਮੁਲਕ ਦੇ ਵਿੱਚ ਸਿਰਫ ਉਸਾਰੀ ਕੀਤੀ ਜਾ ਰਹੀ ਹੈ। ਉਸਾਰੀ ਦੇ ਵਿੱਚੋਂ ਕਮਿਸ਼ਨ ਮਿਲਣੀ ਹੈ। ਕਈ ਜਗ੍ਹਾ ਤੇ ਉਸਾਰੀ ਦੀ ਲੋੜ ਵੀ ਨਹੀਂ ਹੁੰਦੀ, ਉੱਥੇ ਵੀ ਉਸਾਰੀ ਕਰ ਦਿੱਤੀ ਜਾਂਦੀ ਹੈ। ਇੱਥੇ ਜਦੋਂ ਲਿੰਕ ਸੜਕਾਂ ਨਵੀਆਂ ਬਣਦੀਆਂ, ਮੈਂ ਦੇਖਿਆ ਵੀ ਕਈ ਜਗ੍ਹਾ ਤੇ ਕਿਸੇ ਪੋਲੀਟੀਸ਼ੀਅਨ ਦੇ ਖੇਤ ਨੂੰ ਵੀ ਸੜਕ ਲਾਉਣੀ ਹੈ ਤਾਂ ਉੱਥੇ ਸੜਕ ਲਾ ਦਿੱਤੀ ਜਾਂਦੀ ਹੈ। ਸੋ ਇਹ ਮੈਂ ਐਗਜ਼ਾਮਪਲਾਂ ਤੁਹਾਨੂੰ ਤਾਂ ਦੇ ਰਿਹਾ ਕਿ ਤੁਸੀਂ ਸਮਝ ਸਕੋ ਕਿਸ ਹੱਦ ਤੱਕ ਅਸੀਂ ਗਿਰ ਚੁੱਕੇ ਹਾਂ। ਜੇ ਇਸ ਸਿਸਟਮ ਨੂੰ ਠੀਕ ਕਰਨਾ ਤਾਂ ਕੋਈ ਬਹੁਤੀ ਔਖੀ ਗੱਲ ਨਹੀਂ ਸੀ। ਸਾਡੇ ਮੁਲਕ ਦੇ ਵਿੱਚ ਜੇ ਅਸੀਂ ਐਜੂਕੇਸ਼ਨ ਔਰ ਸਿਹਤ ਤੇ ਚੰਗੀ ਇਨਵੈਸਟਮੈਂਟ ਕੀਤੀ ਹੁੰਦੀ, ਖਰਚੇ ਜ਼ਿਆਦਾ ਐਜੂਕੇਸ਼ਨ ਸਿਹਤ ਤੇ ਕੀਤੇ ਹੁੰਦੇ, ਤਾਂ ਅੱਜ ਹਾਲਾਤ ਹੀ ਸਾਡੇ ਹੋਰ ਹੋਣੇ ਸੀ। ਸਾਡੇ ਨੌਜਵਾਨ ਨੇ ਬਾਹਰ ਨਹੀਂ ਸੀ ਭੱਜਣਾ। ਸਾਡੇ ਨੌਜਵਾਨ ਨੇ ਖੁਦ ਇੱਥੇ ਹੀ ਮਿਹਨਤ ਕਰਕੇ ਸਿਸਟਮ ਤੋਂ ਤੰਗ ਹੋ ਕੇ, ਸਰਕਾਰਾਂ ਤੋਂ ਤੰਗ ਹੋ ਕੇ ਜਿਹੜੇ ਨੌਜਵਾਨ ਹੈ ਵਿਦੇਸ਼ਾਂ ਵੱਲ ਰੁਖ ਕਰ ਰਹੀ ਹੈ ਨਾ। ਐਗਜ਼ੈਕਟਲੀ। ਨੌਜਵਾਨੀ ਜਿਹੜਾ ਪੰਜਾਬ 'ਚ ਖਾਸ ਕਰਕੇ ਇੱਕ ਰੁਝਾਨ ਹੋ ਗਿਆ ਨਾ ਕਿ ਆਈਲਟਸ ਦੇ ਸੈਂਟਰਾਂ ਦੇ ਵਿੱਚ ਐਡਮਿਸ਼ਨ ਜ਼ਿਆਦਾ ਹੈ ਤਾਂ ਕਾਲਜਾਂ 'ਚ ਐਡਮਿਸ਼ਨ ਘੱਟ ਆ, ਸੀਟਾਂ ਜਿਹੜੀਆਂ ਖਾਲੀ ਪਈਆਂ। ਉਹ ਕਾਰਨ ਹੀ ਇਹ ਆ ਕਿ ਕਰਪਸ਼ਨ ਨਾਲ ਸਾਡਾ ਸਿਸਟਮ ਇੰਨਾ ਖਰਾਬ ਹੋ ਚੁੱਕਾ, ਨੌਜਵਾਨ ਨੂੰ ਆਪਣਾ ਭਵਿੱਖ ਹੀ ਨਹੀਂ ਨਜ਼ਰ ਆ ਰਿਹਾ। ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰਾਂਗਾ। CM ਸਨ ਜਦੋਂ ਪੰਜਾਬ ਦੇ ਆਪਣੀ ਲਾਸਟ ਪਾਰੀ ਦੇ ਵਿੱਚ, ਤੁਸੀਂ ਡਿਪਟੀ ਪ੍ਰਿੰਸੀਪਲ ਸੈਕਟਰੀ ਰਹੇ ਉਹਨਾਂ ਦੇ, ਕੈਪਟਨ ਸਾਹਿਬ ਵੀ ਰਿਸ਼ਵਤ ਲੈਂਦੇ ਸੀ। ਇਹਦਾ ਵੀ ਸੱਚਾਈ ਨਾਲ ਜਵਾਬ ਦਈਓ ਸੱਚ। ਅੱਜ ਦੀ ਤਰੀਕ 'ਚ ਕਿਹੜਾ ਨਹੀਂ ਲੈਂਦਾ? ਕੈਪਟਨ ਸਾਹਿਬ ਵੀ ਕੋਈ ਦੁੱਧ ਦੇ ਧੋਤੇ ਹੋ ਨਹੀਂ ਸੀ, ਉਹਨਾਂ ਨੇ ਵੀ ਬਥੇਰੇ ਕੰਮ ਕੀਤੇ ਹੈ। ਕੈਪਟਨ ਸਾਹਿਬ ਤਾਂ ਸਰਕਾਰੀ ਫੰਡਾਂ ਨਾਲ ਆਪਣੀ ਐਂਟਰਟੇਨਮੈਂਟ ਵੀ ਕਰਦੇ ਸੀ ਤਾਂ ਪਾਰਟੀਆਂ ਵੀ ਕਰਦੇ ਸੀ। ਕੈਪਟਨ ਸਾਹਿਬ ਤਾਂ ਸਰਕਾਰੀ ਫੰਡ ਦੇ ਨਾਲ ਕਾਂਗਰਸ ਪਾਰਟੀ ਦਾ ਵੀ ਖਰਚਾ ਚਲਾਈ ਜਾਂਦੇ ਸੀ। ਕੈਪਟਨ ਸਾਹਿਬ ਨੂੰ ਕਾਂਗਰਸ ਪਾਰਟੀ ਦੇ ਪ੍ਰਧਾਨ ਨੇ ਕਿਹਾ ਮੈਨੂੰ ਕਾਰ ਲੈ ਕੇ ਦਿਓ, ਉਹਨਾਂ ਨੇ ਤਾਂ ਉਹ ਵੀ ਸਰਕਾਰੀ ਫੰਡ ਚੋਂ ਲੈ ਦਿੱਤੀ। ਸੋ ਕੈਪਟਨ ਸਾਹਿਬ ਵੀ ਦੁੱਧ ਦੇ ਧੋਤੇ ਨਹੀਂ ਸੀ, ਸਾਰੇ ਹੀ ਇਦਾਂ ਦੇ। ਕੋਈ ਅਜਿਹੇ ਕਿੱਸੇ ਹੋਣ ਜੋ ਕੈਪਟਨ ਸਾਹਿਬ ਦੇ ਤੁਸੀਂ ਉਜਾਗਰ ਕਰਨਾ ਚਾਹੁੰਦੇ ਹੋ ਕੈਮਰੇ ਦੇ ਮਾਧਿਅਮ? ਮੈਂ ਤੁਹਾਨੂੰ ਦੱਸਿਆ ਕਿ ਸੋਸ਼ਲ ਇੱਕ ਸੀਕ੍ਰੇਟ ਸਰਵਿਸ ਫੰਡ ਹੁੰਦਾ CM ਆਫਿਸ 'ਚ, ਸੀਕ੍ਰੇਟ ਸਰਵਿਸ ਫੰਡ ਜੀ। ਉਹ ਫੰਡ ਖਾਸ ਤੌਰ ਤੇ ਕ੍ਰੀਏਟ ਕੀਤਾ ਗਿਆ ਇਸ ਗੱਲ ਲਈ ਕਿ ਅੱਤਵਾਦ ਸੰਬੰਧਿਤ ਕੋਈ ਸੂਚਨਾ ਖਰੀਦਣੀ ਹੋਵੇ, ਕਿਸੇ ਸੋਰਸ ਨੂੰ ਪੈਸੇ ਦੇ ਕੇ ਕੋਈ ਸੂਚਨਾ ਲੈਣੀ ਹੋਵੇ,
ਕਿਸੇ ਸੋਰਸ ਦੀ ਪ੍ਰੋਟੈਕਸ਼ਨ ਲਈ ਉਹਨੂੰ ਪੈਸੇ ਦੇਣੇ ਹੋਣ ਤਾਂ ਉਹ ਫੰਡ ਕ੍ਰੀਏਟ ਕੀਤਾ ਗਿਆ ਸੀ। ਕੈਪਟਨ ਸਾਹਿਬ ਜਿਹੜੇ ਕਿ ਅੱਤਵਾਦ ਤੇ ਜਾਂ ਰਾਸ਼ਟਰੀ ਸੁਰੱਖਿਆ ਤੇ ਆਪਣੇ ਆਪ ਨੂੰ ਪ੍ਰੋਜੈਕਟ ਕਰਦੇ ਹੈ ਕਿ ਮੈਂ ਬਹੁਤ ਵੱਡੀ ਅਥਾਰਟੀ ਹਾਂ, ਕੈਪਟਨ ਸਾਹਿਬ ਉਸ ਫੰਡ ਦੇ ਵਿੱਚੋਂ ਪੋਲੀਟੀਕਲ ਖਰਚੇ ਵੀ ਕਰਦੇ ਸੀ। ਕੈਪਟਨ ਸਾਹਿਬ ਉਸ ਫੰਡ ਦੇ ਵਿੱਚੋਂ ਐਂਟਰਟੇਨਮੈਂਟ ਤੇ ਖਰਚੇ ਵੀ ਕਰਦੇ ਸੀ। ਕੈਪਟਨ ਸਾਹਿਬ ਉਸ ਫੰਡ ਦੇ ਵਿੱਚੋਂ ਆਪਣੇ ਜਾਤੀ ਖਰਚੇ ਵੀ ਕਰਦੇ ਸੀ। ਕਿ ਕੈਪਟਨ ਸਾਹਿਬ ਦਾ ਕੋਈ ਕੇਸ ਲੜ ਰਿਹਾ, ਉਸ ਵਕੀਲ ਨੂੰ ਵੀ ਫੀਸ ਦੇ ਦਿੱਤੀ ਉਹਦੇ ਵਿੱਚੋਂ। ਕੈਪਟਨ ਸਾਹਿਬ ਦੇ ਘਰ 'ਚ ਕੋਈ ਰਿਪੇਅਰ ਹੋਣੀ ਸੀ, ਉਹ ਵੀ ਉਹਦੇ ਵਿੱਚੋਂ ਦੇ ਦਿੱਤੇ ਪੈਸੇ। ਕੈਪਟਨ ਸਾਹਿਬ ਕਿਹੜਾ ਬਾਕੀਆਂ ਨਾਲੋਂ ਅਲੱਗ ਸੀਗੇ, ਬਾਕੀ ਵੀ ਕਰਦੇ ਸੀ, ਕੈਪਟਨ ਸਾਹਿਬ ਵੀ ਕਰੀ ਗਏ। ਸੋ ਮੈਂ ਨਹੀਂ ਕੋਈ ਸੀਐਮ ਦੇਖਿਆ ਜਿਹੜਾ ਇਮਾਨਦਾਰ ਹੋ। ਪਰ ਸਰ ਇੱਕ ਸਵਾਲ ਹੈ, ਜਦੋਂ ਕੋਈ ਵੀ ਵਿਅਕਤੀ ਹੈ ਜਾਂ ਮਿਡਲ ਕਲਾਸ ਦੀ ਆਪਾਂ ਗੱਲ ਕਰੀਏ ਜਾਂ ਲੋਅਰ ਕਲਾਸ ਦੀ ਗੱਲ ਕਰੀਏ, ਕਿਉਂਕਿ ਅਪਰ ਕਲਾਸ ਨੂੰ ਤਾਂ ਕੋਈ ਫਰਕ ਨਹੀਂ ਆ, ਜੇਕਰ ਆਪਾਂ ਮਿਡਲ ਕਲਾਸ ਦੀ ਜਾਂ ਲੋਅਰ ਕਲਾਸ ਵਿਅਕਤੀ ਦੀ ਗੱਲ ਕਰਦੇ ਹਾਂ, ਉਹ ਇੱਕ ਪ੍ਰਸ਼ਾਸਨ ਦਾ ਜਾਂ ਸਿਸਟਮ ਦਾ ਸਤਾਇਆ ਹੋਇਆ ਉੱਚ ਅਧਿਕਾਰੀ ਕੋਲ ਪਹੁੰਚ ਕਰਦਾ ਹੈ ਕਿ ਮੇਰੇ ਯਾਰ ਜੇ ਕਿਸੇ ਨੇ ਰਿਸ਼ਵਤ ਮੰਗ ਲਈ, ਐਸਐਚਓ ਨੇ ਮੰਗ ਲਈ, ਮੈਂ ਕਹਿੰਦਾ ਡੀਐਸਪੀ ਨੂੰ ਸ਼ਿਕਾਇਤ ਲਿਖ ਦਿਓ। ਡੀਐਸਪੀ ਨਹੀਂ ਕਾਰਵਾਈ ਕਰ ਰਿਹਾ, ਐਸਐਸਪੀ ਨੂੰ ਲਿਖ ਦਿਓ, ਜੈਸੇ ਤਾਂ ਡਿਪਟੀ ਕਮਿਸ਼ਨਰ ਨੂੰ ਲਿਖ ਦਿਓ, ਹਿਊਮਨ ਰਾਈਟਸ ਨੂੰ ਲਿਖ ਦਿਓ ਜਾਂ ਵਿਜੀਲੈਂਸ ਨੂੰ ਲਿਖ ਦਿਓ। ਬੰਦਾ ਸੀਐਮ ਕੋ ਵੀ ਉਹਦੇ ਚਿੱਠੀਆਂ ਇਦਾਂ ਦੀਆਂ ਲਿਖਦਾ ਹੈ। ਹਜ਼ਾਰਾਂ ਹੀ ਲੱਖਾਂ ਦੀ ਗਿਣਤੀ ਹੋਏਗੀ ਜਿਹੜੀਆਂ ਅਜਿਹੀਆਂ ਉਹਨਾਂ ਦੇ ਟੇਬਲ ਤੇ ਚਿੱਠੀਆਂ ਪਈਆਂ ਹੋਣਗੀਆਂ। ਪਰ ਜੇਕਰ ਸੀਐਮ ਹੀ ਭ੍ਰਿਸ਼ਟਾਚਾਰ ਹੋਏਗਾ, ਰਿਸ਼ਵਤਖੋਰ ਹੋਏਗਾ ਇੱਕ ਨੰਬਰ ਦਾ, ਤਾਂ ਫਿਰ ਇਨਸਾਫ ਦੀ ਉਮੀਦ ਕਿੱਥੋਂ ਰੱਖੀ ਜਾ ਸਕਦੀ ਹੈ? ਪਹਿਲੀ ਗੱਲ ਮੈਂ ਤੁਹਾਨੂੰ ਇਹ ਦੱਸ ਦਵਾਂ ਵੀ 90% 99% ਬੰਦਿਆਂ ਨੂੰ ਪਤਾ ਹੈ ਕਿ ਉਹਨਾਂ ਦੀ ਸ਼ਿਕਾਇਤ ਤੇ ਕੋਈ ਕਾਰਵਾਈ ਨਹੀਂ ਹੋਣੀ, ਉਹ ਕਰਦੇ ਹੀ ਨਹੀਂ, ਉਹ ਸੱਦ ਕੇ ਬਹਿ ਜਾਂਦੇ ਘਰ। ਦੂਸਰੀ ਗੱਲ, ਤੁਸੀਂ ਕਿਹਾ ਸੀਐਮ ਕੋਲ ਵੀ ਚਿੱਠੀਆਂ ਜਾਂਦੀਆਂ ਹੋਣਗੀਆਂ। ਮੈਂ 5 ਸਾਲ ਸੀਐਮ ਆਫਿਸ ਦੇ ਵਿੱਚ ਨੌਕਰੀ ਕੀਤੀ ਆ, ਮੇਰਾ ਜਾਤੀ ਤਜਰਬਾ ਹੈ, ਇਹ ਜਾਤੀ ਐਕਸਪੀਰੀਅੰਸ ਆ। ਉੱਥੇ ਜਿੰਨੇ ਵੀ ਬੰਦੇ ਪਹੁੰਚਦੇ ਆ ਉਹਦੇ ਵਿੱਚੋਂ 10% ਬੰਦੇ ਜੈਨੂਅਨ ਹੁੰਦੇ ਆ, ਜਿਨ੍ਹਾਂ ਨੂੰ ਕੋਈ ਤਕਲੀਫ ਹੁੰਦੀ ਹੈ। 80% ਤਾਂ ਉੱਥੇ 90% ਬੰਦੇ ਨਜਾਇਜ਼ ਕੰਮ ਹੀ ਕਰਾਉਣ ਜਾਂਦੇ ਆ, ਔਰ ਉਹਨਾਂ ਦੇ ਹੋ ਵੀ ਜਾਂਦੇ ਆ। ਜਿਹੜਾ ਉਹ 10% ਜਿਹੜਾ ਬੰਦਾ ਜਾਂਦਾ, ਉਹਦਾ ਕੰਮ ਮੈਨੂੰ ਨਹੀਂ ਲੱਗਦਾ ਕਿ ਕਿਸੇ ਦਾ ਹੁੰਦਾ। ਇਮਾਨਦਾਰ ਬੰਦੇ ਦਾ, ਜਿਹੜਾ ਸਤਿਆ ਬੰਦਾ ਆ, ਉਹਦਾ ਕੋਈ ਕੰਮ ਨਹੀਂ ਹੁੰਦਾ, ਉਹਨੂੰ ਕੋਈ ਰਿਲੀਫ ਨਹੀਂ ਮਿਲਦਾ। ਗਰੀਬ ਵਰਗ ਜਾਂ ਮੱਧ ਵਰਗੀ ਨਾਲ ਸੰਬੰਧਿਤ ਬੰਦਾ, ਗਰੀਬ ਕੋਲ ਤਾਂ ਇੰਨੀ ਪਹੁੰਚ ਹੀ ਨਹੀਂ ਹੁੰਦੀ ਉਸ ਮੁੱਖ ਮੰਤਰੀ ਦੇ ਦਫ਼ਤਰ ਪਹੁੰਚ ਸਕੇ। 2.5 ਕਰੋੜ ਦੀ ਆਬਾਦੀ 'ਚ ਤੁਹਾਡੇ ਕਿੰਨੇ ਗਰੀਬ ਆ, ਔਰ ਕਿੰਨੇ ਪਿਛਲੇ 5 ਸਾਲਾਂ 'ਚ ਸੀਐਮ ਦੇ ਰੈਜ਼ੀਡੈਂਸ ਤੇ ਗਏ ਹੋਗੇ? ਫਿਗਰਾਂ ਕੱਢ ਕੇ ਦੇਖ ਲਓ, ਤੁਹਾਨੂੰ ਪਤਾ ਲੱਗ ਜਾਊ। ਹਾਂ, ਤੁਹਾਨੂੰ ਹਾਸੇ ਦੀ ਗੱਲ ਦੱਸ ਦਿੰਦਾ, ਸੀਐਮ ਦਫ਼ਤਰ ਦੇ ਵਿੱਚ ਜਿਹੜਾ ਸਟਾਫ ਆ, ਉਹਦੇ ਲਈ ਦੁਪਹਿਰ ਦੀ ਰੋਟੀ ਵੀ ਪੰਜਾਬ ਭਵਨ ਤੋਂ ਆਉਂਦੀ ਹੈ। ਉਹ ਕਿਹੜੇ ਖਰਚੇ ਤੋਂ ਆਉਂਦੇ ਜੀ? ਉਹ ਖਰਚਾ ਹੈ ਹੀ ਨਹੀਂ, ਕੋਈ ਮਨਜ਼ੂਰ ਨਹੀਂ ਕੀਤਾ ਜਾ ਸਕਦਾ। ਫਿਰ ਉਹਨੂੰ ਲੁਕੋਇਆ ਜਾਂਦਾ ਕਿ ਜੇ ਇੱਕ ਬੰਦੇ ਦੀ 250 ਰੁਪਈਆ ਬਿੱਲ ਆਇਆ ਨਾ, ਤਾਂ ਉਹਨਾਂ ਨੇ ਬਿੱਲ ਰੋਟੀ ਦਾ ਨਹੀਂ ਪਾਉਣਾ, ਉਹਨਾਂ ਨੇ 50 ਕੱਪ ਚਾਹ ਦੇ ਦਾ ਬਿੱਲ ਪਾ ਦੇਣਾ ਵੀ ਉੱਥੇ ਵਿਜ਼ਟਰ ਆਏ ਸੀਗੇ ਜੀ। ਹੈ ਸੀਐਮ ਦਫ਼ਤਰ ਦੇ ਰਿਕਾਰਡ ਕੱਢ ਕੇ ਦੇਖ ਲਓ, ਜਿੱਦਣ ਸੀਐਮ ਸਟੇਸ਼ਨ 'ਚ ਵੀ ਨਾ ਹੋਵੇ ਉਦੋਂ ਵੀ 600 ਕੱਪ ਚਾਹ ਦਾ ਤਾਂ ਬਿੱਲ ਪਿਆ ਹੋਊਗਾ। ਮਤਲਬ ਕਿ ਜੇ 250 ਦਾ ਪਰ ਤਾਂ ਉੱਥੇ 25,000 ਦੇ ਵਿੱਚ ਕਨਵਰਟ ਹੋ ਜਾਏਗਾ। ਹਾਂ, ਉੱਥੇ ਕੋਈ ਗਰੀਬ ਆਦਮੀ ਨਹੀਂ ਆਉਂਦਾ, ਗਰੀਬ ਆਦਮੀ ਕੋਈ ਨਹੀਂ ਆਉਂਦਾ। ਵੀਵੀਆਈਪੀ ਉੱਥੇ ਸਿਰਫ ਖਰਚੇ ਪਾਏ ਜਾਂਦੇ ਆ, ਉੱਥੇ ਸਿਰਫ ਫਿਗਰਾਂ ਬਣਾਈਆਂ ਜਾਂਦੀਆਂ। ਜਿਹੜੇ ਆਉਂਦੇ ਆ ਬਹੁਤ ਘੱਟ, ਉਹਨਾਂ ਦੀ ਗਿਣਤੀ ਬਹੁਤ ਘੱਟ। ਜੇ 10 20 50 ਬੰਦੇ ਆ ਵੀ ਗਏ ਤਾਂ ਉਹ 2.5 ਕਰੋੜ ਆਬਾਦੀ ਚੋਂ ਜੇ 50 ਬੰਦਿਆਂ ਨੂੰ ਸੀਐਮ ਦਫ਼ਤਰ ਪਹੁੰਚ ਕੇ ਕੋਈ ਰਿਲੀਫ ਮਿਲ ਵੀ ਗਿਆ ਤਾਂ ਉਹਦਾ ਕੀ ਫਾਇਦਾ? ਥੱਲੇ ਜਿਹੜੇ ਪਹੁੰਚਦੇ ਹੀ ਨਹੀਂ, ਜਿਹੜੇ ਆਪਣੀ ਸ਼ੁਰੂ ਹੀ ਨਹੀਂ ਕਰਦੇ, ਜਰਨੀ ਹੀ ਨਹੀਂ ਸ਼ੁਰੂ ਕਰਦੇ, ਉਹ ਬੰਦੇ ਤਾਂ ਕਿਤੇ ਨਹੀਂ ਜਾਂਦੇ। ਇੱਕ ਲੰਮਾ ਸਮਾਂ ਤੁਸੀਂ ਸਿਸਟਮ ਦੇ ਵਿੱਚ ਰਹਿ ਕੇ ਗੁਜ਼ਾਰਿਆ ਹੈ, ਕੀ ਸੋਚ ਰੱਖਦੇ ਹੋ ਕਿਸ ਤਰ੍ਹਾਂ ਨਕੇਲ ਕੱਸੀ ਜਾ ਸਕਦੀ ਹੈ ਪੋਸੀਬਲ ਰਿਸ਼ਵਤਖੋਰੀ ਜਾਂ ਭ੍ਰਿਸ਼ਟਾਚਾਰ ਨੂੰ ਜੇ ਬੰਦ ਕਰਨਾ ਹੋਵੇ? ਦੇਖੋ, ਜੋ ਅੱਜ ਦੇ ਹਾਲਾਤ ਆ ਨਾ, ਭ੍ਰਿਸ਼ਟਾਚਾਰ ਜਾਂ ਰਿਸ਼ਵਤਖੋਰੀ, ਇਹ ਜਲਦੀ ਕਿਤੇ ਖਤਮ ਨਹੀਂ ਹੋਣੀ। ਮੇਰੇ ਵਰਗੇ ਕਈ ਇਨਸਾਨ ਆਵਾਜ਼ ਤਾਂ ਕੱਢੀ ਜਾ ਰਹੇ ਆ, ਪਰ ਸਾਨੂੰ ਵੀ ਪਤਾ ਇਹ ਛੇਤੀ ਕਿਤੇ ਖਤਮ ਨਹੀਂ ਹੋਣੀ। ਔਰ ਅਸੀਂ ਇੱਕ ਜਿਹੜਾ ਡਿਟੀਰੀਓਰੇਸ਼ਨ ਦਾ ਇੱਕ ਪ੍ਰੋਸੈਸ ਸ਼ੁਰੂ ਹੋ ਚੁੱਕਾ ਹੈ, ਅਸੀਂ ਗਿਰਾਵਟ ਵੱਲ ਨੂੰ ਜਾ ਰਹੇ ਹਾਂ। ਅਸੀਂ ਪਹਿਲਾਂ ਗਰਕ ਹੋਵਾਂਗੇ, ਫਿਰ ਅਸੀਂ ਦੁਬਾਰਾ ਤੋਂ ਚੜ੍ਹਾਈ ਸ਼ੁਰੂ ਕਰਾਂਗੇ।
ਔਰ ਮੈਂ ਤਾਂ ਸਿਰਫ ਜਾਂ ਮੇਰਾ ਉਪਰਾਲਾ ਸਿਰਫ ਇੰਨਾ ਆ ਕਿ ਮੈਂ ਰਿਕਾਰਡ ਬਣਾ ਦੇਵਾਂ ਕਿ ਇਸ ਤਰ੍ਹਾਂ ਦੇ ਹਾਲਾਤ ਹਨ, ਤਾਂ ਜੋ ਜਦੋਂ ਸਾਡਾ ਸੁਧਾਰ ਹੋਣਾ ਸ਼ੁਰੂ, ਅਸੀਂ ਉੱਪਰ ਨੂੰ ਦੁਬਾਰਾ ਤੋਂ ਸ਼ੁਰੂ ਹੋਣਾ, ਤਾਂ ਸਾਨੂੰ ਪਤਾ ਹੋਵੇ ਵੀ ਕਿਸ ਤਰ੍ਹਾਂ ਦੇ ਹਾਲਾਤ ਸੀ ਔਰ ਅਸੀਂ ਉਹਦੀ ਕਰੈਕਸ਼ਨ ਲਈ ਜਾਂ ਉਹਨੂੰ ਠੀਕ ਕਰਨ ਲਈ ਕਿਹੜੇ ਕਦਮ ਚੁੱਕਣੇ ਆ। ਮੇਰਾ ਇੰਨਾ ਹੀ ਉਪਰਾਲਾ। ਇੱਕ ਮੈਨੂੰ ਕਿੱਸਾ ਯਾਦ ਆ ਰਿਹਾ, ਆਖਰੀ ਸਵਾਲ ਹੋਵੇਗਾ, ਕਿੱਸਾ ਯਾਦ ਆ ਰਿਹਾ। ਹੁਸ਼ਿਆਰਪੁਰ ਤੋਂ ਸਾਬਕਾ ਮੰਤਰੀ ਨੇ, ਹੁਣ ਤਾਂ ਮੌਜੂਦਾ ਵਿਧਾਇਕ ਨੇ, ਕੈਪਟਨ ਅਮਰਿੰਦਰ ਸਿੰਘ ਦੇ ਕਾਫੀ ਖਾਸਮ ਖਾਸ ਵਿੱਚੋਂ ਇੱਕ ਗਿਣੇ ਜਾਂਦੇ ਸਨ। ਉਹ ਬੜਾ ਆਰੋਪ ਲੱਗਿਆ JCT ਇਲੈਕਟ੍ਰੋਨਿਕਸ ਦੇ ਘੁਟਾਲੇ ਨੂੰ ਲੈ ਕੇ ਸੁੰਦਰ ਸ਼ਾਮ ਅਰੋੜਾ ਤੇ। ਇੱਥੋਂ ਤੱਕ ਕਿ ਭਾਜਪਾ ਨੇ ਖੁਲਾਸਾ ਕੀਤਾ ਸੀਗਾ ਕਿ ਜੋ ਉਹਨਾਂ ਦੇ ਇੰਡਸਟਰੀਅਲ ਡਿਪਾਰਟਮੈਂਟ ਦੇ ਚੇਅਰਮੈਨ ਜਾਂ ਡਾਇਰੈਕਟਰਸ ਤੱਕ ਸਨ, ਪਹਿਲਾਂ ਉਹਨਾਂ ਨੂੰ ਪਿਆਰ ਨਾਲ ਮਨਾਇਆ ਗਿਆ ਕਿ ਇਹ ਕੰਮ ਹੈ, 2 ਨੰਬਰੀ ਕੰਮ ਹੈ, ਇਹਨੂੰ ਕਰ ਦਿਓ। ਜੇ ਨਹੀਂ ਕੀਤਾ ਗਿਆ ਤਾਂ ਉਹਨਾਂ ਨੂੰ ਧਮਕੀਆਂ ਤੱਕ ਵੀ ਜਿਹੜੀਆਂ ਦਿੱਤੀਆਂ ਗਈਆਂ। ਉਹਨਾਂ ਵੱਲੋਂ CM ਨੂੰ ਚਿੱਠੀ ਲਿਖੀ ਜਾਂਦੀ ਹੈ ਕਿ ਸਾਨੂੰ ਸਿਕਿਉਰਿਟੀ ਹੈ ਜਿਹੜੀ ਮੁਹੱਈਆ ਕਰਵਾਈ ਜਾਵੇ, ਜਿਹੜੀ ਇੱਕ ਵਿਅਕਤੀ ਵਿਸ਼ੇਸ਼ ਨੂੰ ਮੁਹੱਈਆ ਕਰਵਾਈ ਜਾਂਦੀ ਹੈ, ਸਾਡੀ ਆਪਣੀ ਜਾਨ ਨੂੰ ਖਤਰਾ ਹੈ। ਤਾਂ ਫਿਰ ਕਿਸ ਤਰ੍ਹਾਂ ਮਤਲਬ ਕਿ ਲੋਕ ਘੁੰਮਾ ਕੇ ਗੱਲ ਉੱਥੇ ਆ ਜਾਂਦੀ ਹੈ, ਜੋ ਤੁਹਾਡੇ ਕਹਿਣ ਮੁਤਾਬਕ ਹੈ ਕਿ CM ਤਾਂ ਖੁਦ ਇੱਕ ਭ੍ਰਿਸ਼ਟਾਚਾਰੀ ਹੈ। ਅਧਿਕਾਰੀਆਂ ਨੂੰ ਵੀ ਜਿਹੜੀ ਆਪਣੇ ਆਪ ਨੂੰ ਉਹ ਸੇਫ ਨਹੀਂ ਸਮਝਦੇ, ਜੇਕਰ ਤੁਹਾਡੇ ਵਰਗੇ ਇਮਾਨਦਾਰ ਅਧਿਕਾਰੀਆਂ ਦੀ ਜਾਂ ਉਹਨਾਂ ਵਰਗੇ ਇਮਾਨਦਾਰ ਅਧਿਕਾਰੀਆਂ ਦੀ ਗੱਲ ਕੀਤੀ ਜਾਵੇ ਤਾਂ। ਦੇਖੋ, ਵੈਸੇ ਤਾਂ ਹੁਣ ਮੈਨੂੰ ਤਾਂ ਰਿਟਾਇਰ ਹੋਏ ਨੂੰ ਵੀ ਬੜੀ ਦੇਰ ਆ। ਇਸ ਕੇਸ ਬਾਰੇ ਮੈਂ ਸੁਣਿਆ ਬਹੁਤ ਆ। ਉਹ ਜੋ ਵੀ ਹੋਇਆ ਬਹੁਤ ਮੰਦਭਾਗੀ ਹਾਲਾਤ ਆ। ਜਿੱਦਾਂ ਦੀਆਂ ਵੀ ਰਿਪੋਰਟਾਂ ਆ ਉਸ ਹਿਸਾਬ ਨਾਲ ਅਰੋੜਾ ਸਾਹਿਬ ਨੂੰ ਨੈਤਿਕ ਤੌਰ ਤੇ ਉਸ ਦੀ ਮਾਫੀ ਮੰਗਣੀ ਚਾਹੀਦੀ ਸੀ, ਜਿਹੜੀ ਉਹਨਾਂ ਨੇ ਨਹੀਂ ਕੀਤੀ। ਪਰ ਇੱਕ ਪਬਲਿਕ ਆਦਮੀ ਇਸ ਤਰ੍ਹਾਂ ਦੀਆਂ ਹਰਕਤਾਂ ਕਰੇ, ਇਹ ਬਹੁਤ ਮਾੜੀ ਗੱਲ ਹੈ। ਮੈਂ ਇਹਦੀ ਭਰਪੂਰ ਨਿੰਦਾ ਕਰਦਾ। NGO ਵੀ ਚਲਾਉਂਦੇ ਹੋ ਤੁਸੀਂ, NGO ਦੇ ਥਰੂ ਤੁਸੀਂ ਲੋਕਾਂ ਨੂੰ ਜਾਗਰੂਕ ਵੀ ਕਰਦੇ ਹੋ, ਅਵੇਅਰਨੈਸ ਕੈਂਪ ਵਗੈਰਾ ਵੀ ਲਗਾਉਂਦੇ ਹੋ। ਅਸੀਂ ਸਾਡਾ ਜਿਹੜਾ ਕੰਟੀਨਿਊਸ ਪ੍ਰੋਸੈਸ ਆ, ਅਸੀਂ ਕੈਂਪਾਂ 'ਚ ਵਿਸ਼ਵਾਸ ਨਹੀਂ ਕਰਦੇ। ਇਮਾਨਦਾਰੀ ਦੀ ਸਹੁੰ ਚੁਕਵਾਈ ਪਹਿਲਾਂ, ਫਿਰ ਗਰੁੱਪ ਬਣਾਏ, ਉਹਨਾਂ ਗਰੁੱਪਾਂ ਨੂੰ ਜਿੰਮ ਦਿੱਤੇ, ਉਹਨਾਂ ਗਰੁੱਪਾਂ ਦੇ ਨਾਲ ਅਸੀਂ ਕੌਨਸਟੈਂਟਲੀ ਇਨ ਟੱਚ ਵੀ ਹਾਂ। ਔਰ ਹੋਰ ਵੀ NGO ਦੇ ਵਿੱਚ ਹੋਰ ਵੀ ਅਸੀਂ ਵਿੱਦਿਆ ਦੇ ਖੇਤਰ 'ਚ ਵੀ ਕਈ ਕੰਮ ਕਰਦੇ ਹਾਂ, ਸਕਾਲਰਸ਼ਿਪਸ, ਬੁੱਕ ਬੈਂਕ, ਇੱਦਾਂ ਦੇ ਕੰਮ ਕਰੀਦੇ ਆ। ਪਰ NGO ਦਾ ਜ਼ਿਆਦਾ ਕੰਮ ਅਸੀਂ ਸਾਈਲੈਂਟ ਕਰ ਰਹੇ ਹਾਂ, ਸਾਈਲੈਂਟਲੀ ਕਰ ਰਹੇ ਹਾਂ, ਚੁੱਪ-ਚਾਪ। ਕਿਉਂ? ਜਿਹੜਾ ਦਾਨ ਪੁੰਨ ਕਰਨਾ ਹੁੰਦਾ ਨਾ, ਉਹ ਪੰਜਾਬੀਆਂ ਦੇ ਜਾਂ ਹਿੰਦੁਸਤਾਨੀਆਂ ਦੇ ਸੁਭਾਅ ਵਿੱਚ ਆ, ਸਾਡਾ ਇੱਕ ਫਰਜ਼ ਆ। ਉਸ ਤੋਂ ਅਸੀਂ ਕੋਈ ਕਹਿ ਲਓ ਵੀ ਨੰਬਰ ਨਹੀਂ ਬਣਾਉਣੇ ਜਾਂ ਉਹਦੀਆਂ ਮਸ਼ਹੂਰੀਆਂ ਨਹੀਂ ਕਰਨੀਆਂ, ਠੀਕ ਨੇ? ਉਹ ਸਾਡਾ ਇੱਕ ਨੈਤਿਕ ਫਰਜ਼ ਆ। ਸੋ ਇਹ ਸਨ ਹੁਸ਼ਿਆਰਪੁਰ ਤੋਂ ਰਿਟਾਇਰਡ PCS ਅਧਿਕਾਰੀ ਰਾਕੇਸ਼ ਅਹੀਰ ਜੀ, ਜਿਨ੍ਹਾਂ ਨਾਲ ਗੱਲਬਾਤ ਕੀਤੀ ਗਈ ਆ। ਇੱਕ ਲੰਬਾ ਅਰਸਾ ਹੈ ਜਿਹੜਾ ਸਿਸਟਮ ਦੇ ਵਿੱਚ ਰਹਿ ਕੇ ਉਹਨਾਂ ਵੱਲੋਂ ਗੁਜ਼ਾਰਿਆ ਗਿਆ ਹੈ, ਔਰ ਕਿਉਂ ਨੌਕਰੀ ਪੂਰੀ ਹੋਣ ਤੋਂ ਪਹਿਲਾਂ ਰਿਟਾਇਰਮੈਂਟ ਉਹਨਾਂ ਵੱਲੋਂ ਲਈ ਗਈ ਸੀ। ਸਾਫ਼ ਤੌਰ ਤੇ ਕਿਹਾ ਗਿਆ ਕਿ ਸਿਸਟਮ ਤੋਂ ਤੰਗ ਹੋ ਕੇ, ਸਿਸਟਮ ਦੇ ਜੋ ਹਾਲਾਤ ਸਨ ਉਹਨਾਂ ਤੋਂ ਤੰਗ ਹੋ ਕੇ ਸਮੇਂ ਤੋਂ ਪਹਿਲਾਂ ਹੀ ਉਹਨਾਂ ਵੱਲੋਂ ਰਿਟਾਇਰਮੈਂਟ ਕੀਤੀ ਗਈ ਹੈ। ਔਰ ਨਾਲ ਦੇ ਨਾਲ ਉਹਨਾਂ ਵੱਲੋਂ ਭ੍ਰਿਸ਼ਟਾਚਾਰ, ਰਿਸ਼ਵਤਖੋਰੀ ਦੇ ਮੁੱਦਿਆਂ ਨੂੰ ਵੀ ਉਜਾਗਰ ਕੀਤਾ ਗਿਆ। ਇੱਥੋਂ ਤੱਕ ਮੁੱਖ ਮੰਤਰੀ ਦੇ ਕਿ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਾਰਨਾਮਿਆਂ ਨੂੰ ਵੀ ਉਹਨਾਂ ਵੱਲੋਂ ਉਜਾਗਰ ਕੀਤਾ ਗਿਆ ਹੈ। ਸੋ ਦੋਸਤੋ, ਇੱਕ ਅਪੀਲ ਹੈ ਅਦਾਰਾ ਹੁਸ਼ਿਆਰਪੁਰ ਨਿਊਜ਼ ਚੈਨਲ ਵੱਲੋਂ ਕਿ ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਹੈ ਜਿਹੜਾ ਸ਼ੇਅਰ ਕੀਤਾ ਜਾਵੇ। ਕਾਰਨ ਕੀ ਹੈ ਕਿ ਤਾਂ ਕਿ ਲੋਕ ਹੈ ਜਿਹੜੇ ਅਵੇਅਰ ਹੋ ਸਕਣ, ਲੋਕਾਂ ਨੂੰ ਸਿਸਟਮ ਅਤੇ ਜੋ ਸਾਡੇ ਆਗੂ ਨੇ, ਚੁਣੇ ਹੋਏ ਸਾਡੇ ਨੁਮਾਇੰਦੇ ਨੇ, ਉਹਨਾਂ ਦੀਆਂ ਜਿਹੜੀਆਂ ਪੰਜਾਬੀ ਦੇ ਵਿੱਚ ਕਹਾਂਗਾ ਕਿ ਕਰਤੂਤਾਂ ਬਾਰੇ ਪਤਾ ਲੱਗ ਸਕੇ। ਕੈਮਰਾ ਪਰਸਨ ਨਵਨੀਤ ਸਿੰਘ ਚੀਮਾ ਦੇ ਨਾਲ ਚੇਤਨ ਕਸ਼ਪ। ਤਾਜ਼ਾ ਤਰੀਨ ਖਬਰਾਂ ਦੇ ਲਈ ਜੁੜੇ ਰਹੋ ਹੁਸ਼ਿਆਰਪੁਰ ਨਿਊਜ਼ ਦੇ ਨਾਲ।